देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਅੱਜ ਜਿਸ ਮਸਲੇ ਤੇ ਤੁਹਾਨੂੰ ਤਕਲੀਫ ਦਿੱਤੀ ਹੈ, ਜਿਸ ਮਹਾਮਾਰੀ ਚੋਂ ਆਪਾਂ ਸਾਰੇ ਗੁਜ਼ਰ ਰਹੇ ਹਾਂ, ਸਮਾਜ ਸੇਵੀ ਜਥੇਬੰਦੀਆਂ, ਸਿਆਸੀ ਪਾਰਟੀਆਂ, NGOs, ਯੂਥ ਕਲੱਬ, ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਮਹਾਮਾਰੀ ਨੂੰ ਮਾਤ ਦੇ ਕੇ ਤੇ ਲੋਕਾਂ ਨੂੰ ਇਸ ਸੰਕਟ ਚੋਂ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੱਢਿਆ ਜਾ ਸਕਦਾ। ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਹੋਣੀਆਂ ਚਾਹੀਦੀਆਂ, ਇਸ ਗੱਲ ਦਾ ਦੁੱਖ ਵੀ ਹੈ ਤੇ ਕਿਤੇ ਨਾ ਕਿਤੇ ਤਸੱਲੀ ਵੀ ਹੈ ਕਿ ਉਹ ਅੱਜ ਸਮਾਜ ਸੇਵੀ ਜਥੇਬੰਦੀਆਂ ਨੇ, ਯੂਥ ਕਲੱਬਾਂ ਨੇ, NGOs ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਜਥੇਬੰਦੀਆਂ ਨੇ ਆਪਦੇ ਮੋਢਿਆਂ ਤੇ ਲਿੱਤੀਆਂ। ਸਰਕਾਰਾਂ ਕੇਂਦਰ ਤੇ ਪੰਜਾਬ ਦੀਆਂ ਦੋਨੋਂ ਫੇਲ ਹੋਈਆਂ, ਪਰ ਲੋਕਾਂ ਦਾ ਜਿਹੜਾ ਏਕਾ ਹੈ ਤੇ ਲੋਕਾਂ ਦੀ ਲੜਨ ਦੀ ਸ਼ਕਤੀ ਉੱਭਰ ਕੇ ਅੱਗੇ ਆਈ ਹੈ। ਅੱਜ ਜੇ ਮੈਂ ਪੰਜਾਬ ਦੀ ਗੱਲ ਕਰਾਂ, ਆਪਾਂ ਸਾਰੇ ਬੜੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਪੰਜਾਬ ਦਾ ਹੈਲਥ ਇਨਫਰਾਸਟ੍ਰਕਚਰ ਇਸ ਸਰਕਾਰ ਨੇ ਬਿਲਕੁਲ ਫੇਲ ਕਰਤਾ ਹੈ। ਨਾ ਬੈੱਡ ਅਵੇਲੇਬਲ ਹੈ, ਨਾ ਆਕਸੀਜਨ ਅਵੇਲੇਬਲ ਹੈ, ਨਾ ਦਵਾਈਆਂ ਅਵੇਲੇਬਲ ਹੈ। ਵੈਂਟੀਲੇਟਰਾਂ ਦਾ ਹਾਲ ਜਿਹੜਾ ਕੁਝ ਹੋਇਆ ਆਪਾਂ ਦੇਖਿਆ ਹੀ ਹੈ, ਵਾਰੀ ਉਹ ਗੱਲਾਂ ਮੈਂ ਰਿਪੀਟ ਨਹੀਂ ਕਰੂੰਗਾ। ਇੱਕ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਪੰਜਾਬ ਦੇ ਵਿੱਚ ਡੈਥ ਰੇਟ, ਜਿਹਨੂੰ ਆਪਾਂ ਕੇਸ ਫਰਟੀਲਿਟੀ ਰੇਸ਼ੋ ਕਹਿੰਦੇ ਆ, ਅੱਜ ਹਿੰਦੁਸਤਾਨ ਦੇ ਮੁਕਾਬਲੇ 2.5 ਗੁਣਾ ਤੋਂ ਵੀ ਵੱਧ ਹੈ। ਬੜਾ ਦੁੱਖ ਹੈ। ਇਹ ਪੰਜਾਬ ਦੇ ਹੈਲਥ ਇਨਫਰਾਸਟ੍ਰਕਚਰ ਤੇ ਇੱਕ ਬੜੀ ਕਰਾਰੀ ਚਪੇੜ ਹੈ ਕਿ ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਗਿਣਤੀ ਵਿੱਚ ਆਪਦੇ ਪਰਿਵਾਰਾਂ ਦੇ ਜੀ ਗਵਾਏ ਹੈ। ਮਾਸਕ, ਸੋਸ਼ਲ ਡਿਸਟੈਂਸਿੰਗ, ਹੱਥ ਧੋਣਾ, ਇਹ ਸਾਰੀਆਂ ਇੱਕ ਟੈਂਪਰਰੀ ਇਲਾਜ ਹੈ ਇਸ ਬਿਮਾਰੀ ਦਾ, ਜਿਹਦੇ ਨਾਲ ਬਿਮਾਰੀ ਨੂੰ ਤੁਸੀਂ ਪੋਸਟਪੋਨ ਕਰ ਸਕਦੇ ਹੋ ਪਰ ਇਹਨੂੰ ਖਤਮ ਨਹੀਂ ਕਰ ਸਕਦੇ। ਸਰਕਾਰਾਂ ਵੱਲੋਂ ਲੋਕਡਾਊਨ ਵੀ ਲਾਏ ਗਏ ਪਰ ਉਹ ਲੋਕਾਂ ਦੇ ਕਾਰੋਬਾਰਾਂ ਨੂੰ ਖਤਮ ਕਰਤਾ, ਲੋਕਾਂ ਦੀ ਕਮਾਈ ਦੇ ਸਾਧਨ ਨੂੰ ਖਤਮ ਕਰਤਾ। ਫਿਰ ਇਹਦਾ ਇਲਾਜ ਕੀ ਹੈ? ਇਸ ਬਿਮਾਰੀ ਦਾ ਇੱਕੋ ਇੱਕ ਇਲਾਜ ਹੈ, ਵੈਕਸੀਨੇਸ਼ਨ। ਅੱਜ ਤੁਸੀਂ ਵੇਖੋ, ਜਿਨ੍ਹਾਂ ਮੁਲਕਾਂ ਨੇ ਵੈਕਸੀਨੇਸ਼ਨ ਕਰਤੀ, ਅੱਜ ਉਹ ਮੁਲਕ ਮਾਸਕ ਫ੍ਰੀ ਹੋ ਗਏ ਹੈ। ਅਮਰੀਕਾ ਵਰਗੇ ਮੁਲਕ ਦੇਖ ਲਓ ਤੁਸੀਂ, ਮਾਸਕ ਫ੍ਰੀ ਹੋ ਗਏ ਹੈ। ਇੰਗਲੈਂਡ ਵਰਗੇ ਮੁਲਕ ਸਾਰੇ ਖੁੱਲ੍ਹ ਗਏ ਹੈ। ਜਿਹੜੇ ਮੁਲਕਾਂ ਨੇ 50% ਤੋਂ ਉੱਪਰ ਵੈਕਸੀਨੇਸ਼ਨ ਕਰਤੀ, ਉਹਨਾਂ ਨੇ ਮੁਲਕ ਆਪਦੇ ਖੋਲ੍ਹਤੇ। ਇਹ ਗੱਲ ਸਾਰੇ ਜਾਣਦੇ ਆ ਤੇ ਮੈਂ ਦੇਖਦਾ ਵੀ ਰਿਹਾ। ਤੇ ਕਾਂਗਰਸ ਦੇ ਵਾਈਸ ਪ੍ਰਧਾਨ ਰਾਹੁਲ ਗਾਂਧੀ ਜੀ ਵੀ ਇਸ ਗੱਲ ਨੂੰ ਬੜੀ ਸਪਸ਼ਟਤਾ ਨਾਲ ਆਪਦੇ ਟਵਿੱਟਰ ਤੇ, ਆਪਦੀਆਂ ਪ੍ਰੈਸ ਕਾਨਫਰੰਸਾਂ 'ਚ ਵੀ ਕਹਿੰਦੇ ਰਹੇ ਹੈ ਕਿ ਵੈਕਸੀਨੇਸ਼ਨ ਇਜ਼ ਦ ਕੀ ਟੂ ਕੰਟਰੋਲਿੰਗ ਪੈਂਡੇਮਿਕ ਬਟ ਗਵਰਨਮੈਂਟ ਆਫ ਇੰਡੀਆ ਡਜ਼ਨਟ ਸੀਮ ਟੂ ਕੇਅਰ। ਕੇਂਦਰ ਦੇ ਸਰਕਾਰ ਦੇ ਕਈ ਫੇਲੀਅਰ ਹੋਏ ਹੈ ਕਿ ਉਹ ਆਪਦੀਆਂ ਇਲੈਕਸ਼ਨਾਂ 'ਚ ਰੁਝਾਨ ਉੱਧਰ ਰੱਖਿਆ, ਲੋਕਾਂ ਦੀਆਂ ਜਾਨਾਂ ਬਚਾਉਣ ਵੱਲ ਨੂੰ ਧਿਆਨ ਨਹੀਂ ਸੀ। ਪਰ ਮੈਂ ਰਾਹੁਲ ਗਾਂਧੀ ਨੂੰ ਇੱਕ ਸਵਾਲ ਇਹ ਵੀ ਜ਼ਰੂਰ ਪੁੱਛਣਾ ਚਾਹੂੰਗਾ ਇਹਦੇ ਨਾਲ ਕਿ ਸਰਕਾਰ ਕੇਂਦਰ ਦੀ ਜ਼ਿੰਮੇਵਾਰ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਸਾਰੇ ਅਸੀਂ ਕਹਿ ਰਹੇ ਹਾਂ, ਤੁਸੀਂ ਵੀ ਟਵੀਟ ਕੀਤਾ ਤੇ ਕੇਵਲ ਕੇਂਦਰ ਸਰਕਾਰ ਤੇ ਕਰਕੇ ਛੱਡਤਾ। ਤੇ ਜਿਹੜੀਆਂ ਸੂਬਿਆਂ 'ਚ ਕਾਂਗਰਸ ਦੀਆਂ ਸਰਕਾਰਾਂ ਹੈ, ਜਿਵੇਂ ਪੰਜਾਬ ਦੀ, ਮੈਂ ਤਾਂ ਪੰਜਾਬ ਦੀ ਗੱਲ ਕਰਨੀ ਚਾਹੁੰਦਾ, ਤੇ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹਿਣੀ ਕਿਉਂ ਭੁੱਲ ਗਏ ਕਿ ਵੈਕਸੀਨੇਸ਼ਨ ਇਜ਼ ਦ ਕੀ ਟੂ ਕੰਟਰੋਲਿੰਗ ਦਿਸ ਪੈਂਡੇਮਿਕ। ਅੱਜ ਪੰਜਾਬ 'ਚ ਹਿੰਦੁਸਤਾਨ ਦੇ ਮੁਕਾਬਲੇ ਵੈਕਸੀਨੇਸ਼ਨ ਘੱਟ ਹੋ ਰਹੀ ਹੈ। ਹਿੰਦੁਸਤਾਨ 'ਚ ਦੇ 3% ਵੈਕਸੀਨੇਟ ਹੋਏ ਆ, ਪੰਜਾਬ 'ਚ ਕੇਵਲ 2% ਦੇ ਨੇੜੇ ਵੈਕਸੀਨੇਸ਼ਨ ਹੈ। ਇਹਦਾ ਭਾਵ ਕੀ ਹੈ ਕਿ 98% ਲੋਕ ਉਹ ਜਿਹੇ ਹੈ ਜਿਹੜੇ ਕਰੋਨਾ ਦੇ ਗਰੋਥ ਵਾਸਤੇ ਬੈਠੇ ਆ। ਸਰਕਾਰਾਂ ਨੇ ਛੱਡ ਤੇ ਕਰੋਨਾ ਦੇ ਗਰੋਥ ਵਾਸਤੇ।
98% ਲੋਕਾਂ ਨੂੰ ਕਰੋਨਾ ਹੋ ਕੇ ਤੇ ਅੱਗੇ ਫੈਲ ਸਕਦਾ। ਇਹ ਸਰਕਾਰਾਂ ਦੀਆਂ ਨਾਕਾਮੀਆਂ ਰਹੀਆਂ। ਕੇਵਲ 2% ਲੋਕ ਵੈਕਸੀਨੇਟ ਹੋਏ ਹੈ। ਤੇ ਜਦੋਂ ਵੈਕਸੀਨੇਸ਼ਨ ਵੱਧ ਤੋਂ ਵੱਧ ਕਰਨ ਦੀ ਲੋੜ ਸੀ ਕਿ ਸਰਕਾਰ ਵੈਕਸੀਨੇਸ਼ਨ ਕਿਤੋਂ ਵੀ ਮੁਹੱਈਆ ਕਰਾਵੇ, ਕਿਤੋਂ ਵੀ ਖਰੀਦੇ, ਸਰਕਾਰਾਂ ਕੋਲੇ ਸਾਧਨਾਂ ਦੀ ਕਮੀ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਹੈ, ਦਰਬਾਰ ਸਾਹਿਬ ਦੇ ਨਾਲ ਵੈਕਸੀਨੇਸ਼ਨ ਸੈਂਟਰ ਖੋਲ੍ਹਤਾ, ਕੱਲ੍ਹ ਤਖਤ ਸਾਹਿਬ, ਤਲਵੰਡੀ ਸਾਬੋ, ਦਮਦਮਾ ਸਾਹਿਬ ਤੇ ਵੀ ਵੈਕਸੀਨੇਸ਼ਨ ਸ਼ੁਰੂ ਕੀਤੀ ਹੈ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸਕਦੀ ਹੈ, ਮੇਰਾ ਇੱਕੋ ਸਵਾਲ ਹੈ, ਮੈਂ ਸਿਆਸਤ ਨਹੀਂ ਇਸ ਮਸਲੇ ਤੇ ਕਰਨੀ ਚਾਹੁੰਦਾ, ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਪੁੱਛਣਾ ਚਾਹੁੰਦਾ, ਪੰਜਾਬ ਸਰਕਾਰ ਫਿਰ ਇਹ ਕੰਮ ਕਿਉਂ ਨਹੀਂ ਕਰ ਸਕਦੀ? ਪੰਜਾਬ ਸਰਕਾਰ ਇਸ ਕੰਮ ਦੇ ਵਿੱਚ ਅਣਗਹਿਲੀ, ਕ੍ਰਿਮੀਨਲ ਕਲਪੇਬਿਲਿਟੀ ਕਿਉਂ ਕਰ ਰਹੀ ਹੈ ਕਿ ਆਪਦੇ ਲੋਕਾਂ ਨੂੰ ਮਰਨ ਵਾਸਤੇ ਛੱਡ ਰਹੀ ਹੈ? ਤੁਸੀਂ ਦੇਖੋ, ਪੰਜਾਬ ਸਰਕਾਰ ਨੂੰ ਵੈਕਸੀਨੇਸ਼ਨ 1 ਲੱਖ ਵੈਕਸੀਨੇਸ਼ਨ ਪੰਜਾਬ ਸਰਕਾਰ ਕੋਲ ਆਇਆ, 1 ਲੱਖ ਡੋਜ਼ਸ। ਖਬਰਾਂ ਲੱਗੀਆਂ ਪਿਛਲੇ ਦਿਨੀ ਅਖਬਾਰਾਂ 'ਚ। ਪੰਜਾਬ ਸਰਕਾਰ ਨੇ ਕੀ ਕੀਤਾ? 400 ਰੁਪਈਆਂ ਨੂੰ ਡੋਜ਼ ਮਿਲਦੀ ਹੈ ਸੂਬੇ ਦੀ ਸਰਕਾਰ ਨੂੰ, ਕੋਈ ਸਰਕਾਰ ਲੈ ਲਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਇੱਕ ਸੰਸਥਾ ਹੈ, ਉਹਨਾਂ ਨੂੰ 1000 ਰੁਪਏ ਨੂੰ ਮਿਲਦੀ ਹੈ। ਸੂਬੇ ਦੀਆਂ ਸਰਕਾਰਾਂ ਨੂੰ 400 ਰੁਪਏ ਨੂੰ ਵੈਕਸੀਨੇਸ਼ਨ ਦੀ ਡੋਜ਼ ਮਿਲਦੀ ਹੈ ਤੇ ਅੱਗੇ ਉਹਨਾਂ ਨੇ ਆਪਦੇ ਲੋਕਾਂ ਨੂੰ ਮੁਫਤ ਚ ਲਾਉਣੀ ਹੁੰਦੀ ਹੈ। ਸਾਰੀਆਂ ਸੂਬੇ ਦੀਆਂ ਸਰਕਾਰਾਂ ਇਹ ਕੰਮ ਕਰ ਰਹੀਆਂ, ਪਰ ਪੰਜਾਬ ਦੀ ਸਰਕਾਰ ਨੇ ਕੀ ਕੀਤਾ? 400 ਰੁਪਏ ਦੀ ਡੋਜ਼ ਖਰੀਦੀ, 1060 ਰੁਪਈਆਂ ਦੀ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਤੀ। ਲੋਕਾਂ ਨੂੰ ਨਹੀਂ ਲਾਈ, ਮੁਹੱਈਆ ਨਹੀਂ ਕਰਾਈ। ਖਬਰਾਂ ਅਖਬਾਰਾਂ 'ਚ ਕੀ ਲਵਾਉਂਦੇ ਆ? ਆ ਅਜੀਤ ਅਖਬਾਰ ਦੀ ਖਬਰ ਹੈ 28 ਮਈ ਦੀ, ਮੈਂ ਪੜ੍ਹ ਕੇ ਤੁਹਾਨੂੰ 2 ਲਾਈਨਾਂ ਦੱਸ ਦਿੰਦਾ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜ 'ਚ ਕੋਵਿਡ ਵੈਕਸੀਨ ਦਾ ਪੂਰਾ ਸਟਾਕ ਖਤਮ ਹੋ ਚੁੱਕਾ ਹੈ ਤੇ ਸ਼ੁੱਕਰਵਾਰ ਨੂੰ ਕਿਸੇ ਵੀ ਸਰਕਾਰੀ ਵੈਕਸੀਨੇਸ਼ਨ ਸੈਂਟਰ 'ਚ ਲੋਕਾਂ ਨੂੰ ਇੱਕ ਵੀ ਟੀਕਾ ਨਹੀਂ ਲਗਾਇਆ ਜਾ ਸਕਿਆ। ਸਿਹਤ ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਪੂਰੀ ਤਰ੍ਹਾਂ ਰੁਕ ਗਈ ਹੈ ਤੇ ਰਾਜ ਕੋਲ ਹੁਣ ਕੋਵਿਡ ਵੈਕਸੀਨ ਉਪਲਬਧ ਨਹੀਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੈਕਸੀਨ ਨਹੀਂ ਭੇਜੀ ਤੇ ਅਸਲੀਅਤ ਕੀ ਹੈ ਕਿ ਜਿਹੜੀ ਵੈਕਸੀਨ ਪੰਜਾਬ ਸਰਕਾਰ ਕੋਲ ਆਈ ਸੀ ਉਹ ਪੰਜਾਬ ਸਰਕਾਰ ਨੇ ਵਪਾਰ ਕੀਤਾ ਉਹਦਾ, ਲੋਕਾਂ ਦੀਆਂ ਜਾਨਾਂ ਤੇ ਖਿਲਵਾੜ ਕਰਕੇ 400 ਦੀ ਖਰੀਦ ਕੇ ਪ੍ਰਾਈਵੇਟ ਹਸਪਤਾਲਾਂ ਨੂੰ 1000 ਦੀ ਵੇਚਤੀ। ਉਹਨਾਂ ਨੇ ਗਾਂ 1560 ਰੁਪਏ ਨੂੰ ਉਹ ਡੋਜ਼ ਲਾਈ। ਇਹ ਜਿਹੜਾ 1100-1200 ਰੁਪਏ ਦਾ ਮਾਰਜਨ ਵਿੱਚ ਰੱਖਿਆ ਗਿਆ, ਉਹ ਕਿਹਦੇ ਵਿੱਚ ਕਿਸ ਰੇਸ਼ੋ 'ਚ ਵੰਡਿਆ ਗਿਆ? ਪ੍ਰਾਈਵੇਟ ਹਸਪਤਾਲਾਂ ਨੇ ਕਿੰਨੇ ਕਮਾਏ, ਮੁੱਖ ਮੰਤਰੀ ਕੋਲ ਕਿੰਨੇ ਗਏ, ਸਿਹਤ ਮੰਤਰੀ ਕੋਲ ਕਿੰਨੇ ਗਏ? ਇਹਦੀ ਜਾਂਚ ਹੋਣੀ ਚਾਹੀਦੀ। ਜੇ ਇੱਕ ਟੀਕੇ ਮਗਰ 1200 ਰੁਪਏ ਦਾ ਮਾਰਜਨ ਰੱਖ ਲਿਆ ਤਾਂ 1 ਲੱਖ ਡੋਜ਼ ਇਹਨਾਂ ਨੇ ਵੇਚੀ ਹੈ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਹੱਦ ਤੱਕ ਇਹਦੇ 'ਚ ਕਰਪਸ਼ਨ, ਲੋਕਾਂ ਦੀ ਜਾਨਾਂ ਨਾਲ ਖਿਲਵਾੜ ਤੇ ਗਰੀਬਾਂ ਦੀ ਜਾਨ ਦੀ ਕੋਈ ਕੀਮਤ ਸਰਕਾਰ ਨੇ ਨਹੀਂ ਸਮਝੀ ਕਿ ਗਰੀਬ ਤਾਂ 1560 ਦਾ ਕਿੱਥੋਂ ਲਵਾਊਗਾ ਜਾ ਕੇ? 1560 ਦੀ ਇੱਕ ਡੋਜ਼ ਹੈ। ਜੇ 5 ਜੀ ਹੈ ਪਰਿਵਾਰ ਦੇ ਤੇ ਜੇ ਦੋਨੋਂ ਡੋਜ਼ਾਂ ਲਵਾਉਣੀਆਂ ਤਾਂ 16,500 ਰੁਪਏ 'ਚ ਇੱਕ ਪਰਿਵਾਰ ਨੂੰ ਡੋਜ਼ਾਂ ਲੱਗਣਗੀਆਂ, ਜਿਹੜੀਆਂ ਮੁਫਤ 'ਚ ਲੱਗਣੀਆਂ ਚਾਹੀਦੀਆਂ ਸੀ। ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ? ਆ ਸਰਕਾਰ ਦੀਆਂ ਚਿੱਠੀਆਂ ਮੇਰੇ ਕੋਲੇ। 20 ਮਈ ਨੂੰ ਸਰਕਾਰ ਚਿੱਠੀ ਕੱਢਦੀ ਹੈ ਕਿ ਵੈਕਸੀਨ ਵੇਚ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਜਾਵੇ ਤੇ ਇਸ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਾਏ ਜਾਣ। ਇਹਦੀ ਕਾਪੀ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਜਾਂਦੀ ਹੈ ਜਾਣਕਾਰੀ ਹਿੱਤ। ਐਡੀਸ਼ਨਲ ਸੈਕਟਰੀ ਗਵਰਨਮੈਂਟ ਆਫ ਪੰਜਾਬ, ਡਿਪਾਰਟਮੈਂਟ ਆਫ ਹੈਲਥ ਅਮਿਤ ਕੁਮਾਰ IAS ਦੇ ਇਹਦੇ ਤੇ ਸਾਈਨ ਹੈ। ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਨਹੀਂ। ਆਲ ਕੈਬਨਿਟ ਮਿਨਿਸਟਰਸ, ਆਲ ਆਨਰੇਬਲ ਕੈਬਨਿਟ ਮਿਨਿਸਟਰਸ ਨੂੰ ਵੀ ਭੇਜੀ ਜਾਂਦੀ ਹੈ ਕਿ ਕੈਬਨਿਟ ਮਿਨਿਸਟਰ ਸਾਹਿਬ ਜ਼ਿੰਮੇਵਾਰ ਨਹੀਂ ਇਸ ਗੱਲ ਦੇ। ਇਸ ਚਿੱਠੀ ਕੱਢਣ ਤੋਂ ਬਾਅਦ ਦੂਜੀ ਚਿੱਠੀ ਕੱਢੀ ਜਾਂਦੀ ਹੈ ਡਾਇਰੈਕਟਰ ਹੈਲਥ ਵੱਲੋਂ ਸਾਰੇ ਸਿਵਲ ਸਰਜਨਸ ਨੂੰ ਪੰਜਾਬ ਦਿਆਂ ਨੂੰ। ਆ ਮੇਰੇ ਕੋਲ ਚਿੱਠੀ ਦੀ ਕਾਪੀ ਹੈ ਜਿਹਦੇ 'ਚੋਂ ਲਿਖਦੇ ਆ 29/5 ਨੂੰ ਕੱਢਦੇ ਆ। As you are aware, the third phase of COVID vaccination has started from 1st May 2021 and vaccination is to be given to age group of 18 ਤੋਂ 44 ਸਾਲ।
The state has procured COVID vaccine. State has procured COVID vaccine. Vaccine आ गया state को ले. For the beneficiaries of 18 to 44 years age group, you will ensure availability of vaccine to private hospitals for coverage in the state. लिखते की है डायरेक्टर हेल्थ कि वैक्सीन स्टेट को ले आ चुका है, स्टेट ने खरीद रहा है, ਤੁਸੀਂ ਇਨਸ਼ੋਰ ਕਰੋ ਕਿ ਇਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਕੋਲੇ ਚਲੇ ਜਾਵੇ, ਸਰਕਾਰੀ ਹਸਪਤਾਲਾਂ ਚ ਲਾਉਣ ਦੀ ਲੋੜ ਨਹੀਂ। ਇਹ ਚਿੱਠੀ ਲਿਖੀ ਜਾਂਦੀ ਹੈ ਡਾਇਰੈਕਟਰ ਹੈਲਥ ਵੱਲੋਂ ਸਿਵਲ ਸਰਜਨਸ ਨੂੰ, ਤੇ ਇੱਕ ਦਿਨ ਦੇ ਵਿੱਚ ਹੀ ਉਸ ਲੱਖ ਡੋਜ਼ ਚੋਂ 42,000 ਡੋਜ਼ ਮੈਕਸ ਤੇ ਫੋਰਟਿਸ ਨੂੰ ਵੇਚ ਦਿੱਤੀ ਜਾਂਦੀ ਹੈ। ਤੇ ਉਹ ਟਵੀਟ ਕਰਦੀ ਹੈ ਪੰਜਾਬ ਦੀ ਮੁੱਖ ਸਕੱਤਰ ਸਾਹਿਬ। ਆਹ ਮੁੱਖ ਸਕੱਤਰ ਸਾਹਿਬ ਦਾ ਟਵੀਟ ਹੈ कि Max Mohali and Fortis Mohali have procured vaccine and have begun vaccinating 18 to 44 years in Punjab. Please register on CoWIN portal and book a slot at these hospitals. मैं एक सवाल पूछना चाहना है, ਇਹ ਕਦੋਂ ਤੋਂ ਪੰਜਾਬ ਦੀ ਮੁੱਖ ਸਕੱਤਰ ਪ੍ਰਾਈਵੇਟ ਹਸਪਤਾਲਾਂ ਦੀ ਸੇਲਜ਼ ਰਿਪਰੈਜ਼ੈਂਟੇਟਿਵ ਬਣ ਕੇ ਕੰਮ ਕਰਨ ਲੱਗ ਗਈ? ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਜਿੰਨਾ ਕੁ ਮੈਂ ਪੜ੍ਹਿਆ ਹੈ, ਪੰਜਾਬ ਦੀ ਮੁੱਖ ਸਕੱਤਰ ਜਾਂ ਕਿਸੇ ਵੀ ਸੂਬੇ ਦੀ ਮੁੱਖ ਸਕੱਤਰ ਸਟੇਟ ਦੀ ਸਭ ਤੋਂ ਉੱਚੀ ਕੁਰਸੀ ਤੇ ਬੈਠੀ ਲੋਕਾਂ ਦੀ ਸੇਵਕ ਹੁੰਦੀ ਹੈ ਬਿਊਰੋਕ੍ਰੇਸੀ 'ਚ। ਇਹ ਰੋਲ ਰਿਵਰਸਲ ਕਦੋਂ ਤੋਂ ਹੋਇਆ? ਇਹ ਰੋਲ ਕਦੋਂ ਤੋਂ ਬਦਲੇ ਗਏ ਕਿ ਮੁੱਖ ਸਕੱਤਰ ਸਾਹਿਬਾ ਪ੍ਰਾਈਵੇਟ ਹਸਪੀਟਲਸ ਦੀ ਸੇਲਜ਼ ਰਿਪਰੈਜ਼ੈਂਟੇਟਿਵ ਬਣ ਕੇ ਕੰਮ ਕਰਨ ਲੱਗ ਗਏ ਕਿ ਇਹ ਫੋਰਟਿਸ ਤੇ ਮੈਕਸ ਦੋ ਵੱਡੇ ਹਸਪਤਾਲਾਂ ਦਾ ਨਾਂ ਲੈ ਕੇ ਕਿ ਇਹਨਾਂ ਕੋਲੇ ਵੈਕਸੀਨ ਪਹੁੰਚ ਗਿਆ ਤੇ ਜਾ ਕੇ ਆਪਦੀ 1560 'ਚ ਆਪਦਾ ਟੀਕਾ ਲਵਾ ਲਓ। ਇਹ ਹਾਲਾਤ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਬਣਾਤੇ। ਚਾਹੇ ਕੱਲ ਜਦੋਂ ਰੌਲਾ ਪੈ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਇਸ਼ੂ ਜਦੋਂ ਪ੍ਰੈਸ ਕਾਨਫਰੰਸ ਕਰਕੇ ਨੈਸ਼ਨਲ ਮੀਡੀਆ ਨੇ ਚੱਕਿਆ, ਸਾਰੀ ਨੈਸ਼ਨਲ ਮੀਡੀਆ ਕੱਲ ਸਾਰਾ ਦਿਨ ਇਸ ਤੇ ਚੱਲਦੀ ਰਹੀ ਕਿ ਪੰਜਾਬ ਸਰਕਾਰ ਪੈਂਡੇਮਿਕ 'ਚੋਂ ਪ੍ਰੋਫਿਟੀਅਰਿੰਗ ਕਰ ਰਹੀ ਹੈ, ਮੁਨਾਫਾ ਕਮਾਉਣ ਦਾ ਕੰਮ ਕਰ ਰਹੀ ਹੈ, ਮੁਨਾਫਾ ਖੋਰੀ ਕਰ ਰਹੀ ਹੈ, ਸਾਰਾ ਨੈਸ਼ਨਲ ਮੀਡੀਆ ਚੱਲ ਰਿਹਾ ਸੀ। ਮੈਂ ਇੱਕ ਸਵਾਲ ਹੋਰ ਹੈ ਮੇਰਾ, ਉਸ ਤੋਂ ਬਾਅਦ ਫਿਰ ਇਹ ਫੈਸਲਾ ਵਾਪਸ ਇਹਨਾਂ ਨੂੰ ਲੈਣਾ ਪਿਆ ਜਦੋਂ ਬਾਦਲ ਸਾਹਿਬ ਨੇ ਮੁੱਦਾ ਚੱਕਿਆ। ਮੈਂ ਇੱਕ ਸਵਾਲ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਰਨਾ ਚਾਹੁੰਦਾ, ਪੰਜਾਬ ਦੇ ਲੋਕਾਂ ਤਾਈਂ ਪਹੁੰਚਾਉਣਾ ਚਾਹੁੰਦਾ। ਆਪਾਂ ਸਾਰੇ ਜਾਣਦੇ ਹਾਂ ਕਿ ਦਿੱਲੀ 'ਚ ਇੱਕ ਬੜਾ ਵੱਡਾ ਕੇਸ ਹੋਇਆ ਸੀ ਨਵਨੀਤ ਕਾਲੜਾ ਦਾ। 524 ਆਕਸੀਜਨ ਕੌਨਸਨਟ੍ਰੇਟਰ ਉਹਦੇ ਰੈਸਟੋਰੈਂਟ ਆ ਉੱਥੇ ਦਿੱਲੀ 'ਚ, ਨਵਨੀਤ ਕਾਲੜਾ ਦੇ 524 ਆਕਸੀਜਨ ਕੌਨਸਨਟ੍ਰੇਟਰ ਉੱਥੋਂ ਲੱਭੇ ਸੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ, ਜਿਹੜੇ ਇਹਨੇ 20,000 ਤੋਂ 25,000 ਨੂੰ ਖਰੀਦ ਕੇ ਤੇ 70,000 ਨੂੰ ਵੇਚ ਰਿਹਾ ਸੀ। ਤੇ ਪਰਚਾ ਦਰਜ ਹੋਇਆ ਇਹਦੇ ਤੇ, ਜ਼ਮਾਨਤ ਹਾਈ ਕੋਰਟ 'ਚੋਂ ਵੀ ਰਿਜੈਕਟ ਹੋਈ ਤੇ ਅੱਜ ਤੱਕ ਜੇਲ੍ਹ 'ਚ ਬੈਠਾ। ਦਫਾ ਕੀ ਲਾਈ ਕਿ ਇਹਨੇ ਕੁਦਰਤੀ ਆਫਤ ਦੇ ਸਮੇਂ, ਪੈਂਡੇਮਿਕ ਦੇ ਸਮੇਂ ਪ੍ਰੋਫਿਟੀਅਰਿੰਗ, ਮੁਨਾਫਾਖੋਰੀ ਦਾ ਕੰਮ ਕੀਤਾ ਤੇ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕੀਤਾ, ਅੱਜ ਤਾਈਂ ਅੰਦਰ ਬੈਠਾ। ਮੇਰਾ ਸਵਾਲ ਹੈ ਕਿ ਇਹੀ ਕੰਮ ਪੰਜਾਬ ਸਰਕਾਰ ਨੇ ਕੀਤਾ? ਫਿਰ 400 ਰੁਪਏ ਨੂੰ ਖਰੀਦ ਕੇ ਟੀਕਾ ਪ੍ਰਾਈਵੇਟ ਹਸਪਤਾਲਾਂ ਨੂੰ 1060 ਨੂੰ ਵੇਚਤਾ ਕਿ ਤੁਸੀਂ ਕਹਾਂ 1560 ਨੂੰ ਲਾ ਦਿਓ, ਤੇ ਮੁਨਾਫਾਖੋਰੀ ਤਾਂ ਫਿਰ ਪੰਜਾਬ ਸਰਕਾਰ ਨੇ ਵੀ ਕੀਤੀ ਹੈ। ਫਿਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਤੇ ਜਾਂ ਹੈਲਥ ਮਿਨਿਸਟਰ ਸਾਹਿਬ ਤੇ ਫਿਰ ਇਹ ਮੁਕੱਦਮਾ ਕਿਉਂ ਨਹੀਂ ਦਰਜ ਹੋਣਾ ਚਾਹੀਦਾ ਜੀ? ਕ੍ਰਿਮੀਨਲ ਕੰਪਲੇਂਟ ਅਸੀਂ ਫਾਈਲ ਕਰਾਂਗੇ, ਕੰਪਲੇਂਟ ਦੇਵਾਂਗੇ ਹੈਲਥ ਮਿਨਿਸਟਰ ਦੇ ਖਿਲਾਫ, ਪੰਜਾਬ ਦੀ ਸਰਕਾਰ ਦੇ ਖਿਲਾਫ ਕਿ ਜੇ ਦਿੱਲੀ 'ਚ ਮੁਕੱਦਮਾ ਦਰਜ ਹੋ ਸਕਦਾ ਹੈ ਤੇ ਅੱਜ ਤਾਈਂ ਉਹ ਬੰਦੇ ਨੂੰ ਜ਼ਮਾਨਤ ਨਹੀਂ ਮਿਲੀ, ਤੇ ਫਿਰ ਬਲਬੀਰ ਸਿੱਧੂ ਜ਼ਿੰਮੇਵਾਰ ਹੈ। ਕੈਪਟਨ ਸਾਹਿਬ ਐਕਸ਼ਨ ਕਿਉਂ ਨਹੀਂ ਲੈਂਦੇ? ਕੈਪਟਨ ਸਾਹਿਬ ਦੀ ਚੁੱਪੀ ਕੈਪਟਨ ਸਾਹਿਬ ਦੇ ਤੇ ਵੀ ਕਈ ਸਵਾਲ ਖੜੇ ਕਰਦੀ ਹੈ ਕਿ ਇਹ ਜਿਹੜਾ ਸਮਾਨ, ਜਿਹੜਾ ਪੈਸਾ ਬਲਬੀਰ ਸਿੱਧੂ ਕੋਲ ਆਇਆ, ਕੀ ਉਹ ਕੈਪਟਨ ਸਾਹਿਬ ਕੋਲੇ ਵੀ ਗਿਆ? ਫਿਰ ਇਸ ਗੱਲ ਦੀ ਸਪਸ਼ਟਤਾ ਕਰਨ। ਦੇਖੋ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਸ ਮਹਾਮਾਰੀ ਦੌਰਾਨ ਜਿੱਥੇ ਸਰਕਾਰਾਂ ਫੇਲ ਹੋਈਆਂ, ਉੱਥੇ ਪ੍ਰਾਈਵੇਟ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਰੋਲ ਰਿਹਾ ਇਹਦੇ 'ਚ। ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਕੋਵਿਡ ਕੇਅਰ ਸੈਂਟਰ ਖੋਲ੍ਹੇ,
2 ਕੋਵਿਡ ਕੇਅਰ ਸੈਂਟਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਖੋਲੇ, ਇੱਕ ਖਰੜ ਖੋਲਿਆ, ਇੱਕ ਫਰੀਦਕੋਟ ਖੋਲਿਆ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਤਕਰੀਬਨ 35 ਹਲਕਿਆਂ 'ਚ ਆਕਸੀਜਨ ਕੌਨਸਨਟ੍ਰੇਟਰਸ ਦੀ ਆਕਸੀਜਨ ਲੰਗਰ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸ਼ੁਰੂ ਕੀਤੀ। ਜਿਹੜੇ ਘਰਾਂ 'ਚ ਆਪਦੇ ਬੰਦ ਹੈ ਕੋਵਿਡ ਕਰਕੇ, ਸਾਰੇ ਜੀ ਬਾਹਰ ਨਹੀਂ ਆ ਸਕਦੇ, ਕਮਾਈ ਦੇ ਸਾਧਨ ਮੁੱਕ ਗਏ, ਤਕਰੀਬਨ 65 ਹਲਕਿਆਂ 'ਚ ਲੰਗਰ ਦੀ ਸੇਵਾ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਰ ਰਹੇ ਹੈ। SGPC ਨੇ ਵੈਕਸੀਨੇਸ਼ਨ ਡਰਾਈਵ ਸ਼ੁਰੂ ਕਰਤੀ ਦਰਬਾਰ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੇ। ਆਕਸੀਜਨ ਪਲਾਂਟਸ ਵਾਸਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਰਸਿਮਰਤ ਕੌਰ ਬਾਦਲ ਜੀ ਦਾ, ਜਿਨ੍ਹਾਂ ਨੇ ਸਾਰਾ ਆਪਦਾ MP ਲੈਡ ਫੰਡ 1.5 ਕਰੋੜ ਰੁਪਈਆ ਤਲਵੰਡੀ ਸਾਬੋ ਤੇ ਗੋਨਿਆਣਾ ਹਸਪਤਾਲਾਂ ਨੂੰ ਤੇ 1 ਕਰੋੜ 43 ਲੱਖ ਰੁਪਈਆ ਮਾਨਸਾ ਸਿਵਲ ਹਸਪੀਟਲ ਨੂੰ ਦਿੱਤਾ ਹੈ ਕਿ ਆਕਸੀਜਨ ਦੀ ਸੇਵਾ, ਆਕਸੀਜਨ ਦੀ ਜਿਹੜੀ ਲੋਕਾਂ ਨੂੰ ਮੁਹੱਈਆ ਕਰਾਉਣੀ ਹੈ, ਆਕਸੀਜਨ ਪੂਰੀ ਕਰੋ ਤਾਂ ਕਿ ਆਕਸੀਜਨ ਕਾਰਨ ਲੋਕਾਂ ਦੀ ਜਾਨ ਨਾ ਜਾਵੇ। ਅਸੀਂ ਕਈ NGOs, ਕਈ NRIs ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੈਂ ਅੱਜ, ਜਿਨ੍ਹਾਂ ਨੇ ਬੜੀ ਵੱਡੀ ਸੇਵਾ ਕੀਤੀ। ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਤੌਰ ਤੇ ਮਨਜਿੰਦਰ ਸਿੰਘ ਸਰਸਾ ਜੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਕੇਵਲ ਦਿੱਲੀ 'ਚ, ਪੰਜਾਬ 'ਚ ਵੀ ਜੇ ਕਿਸੇ ਨੇ ਉਹਨਾਂ ਨੂੰ ਅਪਰੋਚ ਕੀਤਾ ਆਕਸੀਜਨ ਕੌਨਸਨਟ੍ਰੇਟਰ ਭੇਜ ਕੇ, ਮਾਨਸ ਕੀ ਜਾਤ ਸਭ ਏਕ ਹੀ ਪਹਿਚਾਣ ਬੋ ਦੇ ਰਾਹ ਤੇ ਚੱਲਦਿਆਂ ਪੰਜਾਬ 'ਚ ਤੇ ਹੋਰ ਸੂਬਿਆਂ 'ਚ ਵੀ ਮੈਂ ਦੇਖਿਆ ਉਹਨਾਂ ਨੇ ਆਕਸੀਜਨ ਦੀ ਸੇਵਾ ਮਾਨਵਤਾ ਦੀ ਕੀਤੀ। ਅੱਜ ਰੈਕਗਨੀਸ਼ਨ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੀ ਹੋ ਰਹੀ ਹੈ। ਸੋ ਮੈਂ ਇਹ ਅੱਜ ਤਾਂ ਤੁਹਾਡੇ ਰਾਹੀਂ ਲੋਕਾਂ ਕੋਲੇ ਤੱਥ ਰੱਖ ਰਿਹਾ ਕਿ NGOs ਦੀ, NRIs ਦੀ, SGPC ਦੀ, DGMC ਦੀ ਐਡੀ ਵੱਡੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਰ ਰਹੇ ਹੈ ਤੇ ਸਰਕਾਰਾਂ ਦਾ ਫੇਲੀਅਰ ਹੈ। ਸਰਕਾਰ ਇਸ ਮਹਾਮਾਰੀ 'ਚ ਲੋਕਾਂ ਦੀਆਂ ਜਾਨਾਂ ਤੇ ਖੇਡ ਕੇ ਪੈਸਾ ਕਮਾਉਣ ਦੀ ਗੱਲ ਕਰ ਰਹੀ ਹੈ, ਖਜ਼ਾਨੇ 'ਚ ਪੈਸੇ ਰੱਖ ਰਹੇ ਯਾਰ। ਮੈਂ ਹੈਰਾਨ ਹੈ, ਕੱਲ ਕਹਿੰਦੇ ਸਾਡੇ ਖਜ਼ਾਨੇ 'ਚ ਇੰਨੇ ਆ ਗਏ, 42,000 ਟੀਕਾ ਸੀ, 1000 ਨੂੰ ਵੇਚਿਆ, ਤੁਸੀਂ ਲਾ ਲਓ ਕਿੰਨਾ ਬਣ ਗਿਆ, ਪਤਾ ਨਹੀਂ ਕਿੰਨੇ ਹੀ ਕਰੋੜਾਂ ਬਣ ਗਿਆ, ਇਹਨਾਂ ਦੇ ਖਾਤੇ 'ਚ ਆ ਗਿਆ, ਉਹ ਹੁਣ ਸਰਕਾਰ ਨੇ ਖਾ ਜਾਣਾ। ਸੋ ਕ੍ਰਿਮੀਨਲ ਕੰਪਲੇਂਟ ਲਾਂਚ ਕਰਾਂਗੇ ਬਲਬੀਰ ਸਿੱਧੂ ਤੇ, ਲੌਜ ਕਰਾਂਗੇ, FIR ਦਰਜ ਕਰਨ ਦੇ ਐਪਲੀਕੇਸ਼ਨਾਂ ਦੇਵਾਂਗੇ ਤੇ ਜੇ ਸਰਕਾਰ ਨੇ ਇਹਦੇ ਤੇ ਐਕਸ਼ਨ ਨਾ ਲਿੱਤਾ, ਇਹ ਕਿੱਲਾ ਆਰਡਰ ਵਾਪਸ ਕਰਕੇ ਕੰਮ ਨਹੀਂ ਚੱਲਣਾ। ਫਿਰ ਇਹਦੇ ਤੇ ਧਰਨੇ ਮੁਜ਼ਾਹਰੇ ਵੀ ਸਾਰੇ ਸੂਬੇ 'ਚ ਹੋਣਗੇ। ਇਹਦੀ ਰਿਸਪੌਂਸਿਬਿਲਟੀ ਫਿਕਸ ਕਰਕੇ ਐਕਸ਼ਨ ਲੈਣਾ ਸਰਕਾਰ ਨੂੰ ਮਜਬੂਰ ਕਰ ਦਿਆਂਗੇ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।